ਮੋਗਾ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਵਿੱਚ ਸਰਗਰਮ 80 ਦੇ ਕਰੀਬ ਸੰਸਥਾਵਾਂ ਦੀ ਏਕਤਾ ਤੇ ਆਧਾਰਿਤ ਜ਼ਿਲ੍ਹਾ NGO ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਦੀ ਅਗਵਾਈ ਵਿੱਚ ਹੋਟਲ ਨੂਰ ਮਹਿਲ ਸਨੀ ਟਾਵਰ ਮੋਗਾ ਵਿਖੇ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਮੀਟਿੰਗ ਕੀਤੀ ਗਈ। ਕਮੇਟੀ ਦੇ ਅਹੁਦੇਦਾਰਾਂ ਵੱਲੋਂ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਮਾਗਮ ਦੌਰਾਨ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਅੰਤਰਰਾਸ਼ਟਰੀ ਪੰਜਾਬੀ ਮੈਗਜ਼ੀਨ ਮਹਿਕ ਵਤਨ ਦੀ ਲਾਈਵ ਨੂੰ ਲੋਕ ਅਰਪਣ ਵੀ ਕੀਤਾ। ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਤੇ ਉਹਨਾਂ ਦੇ ਨਾਲ ਆਏ ਉਹਨਾਂ ਦੇ ਆਫਿਸ ਵੀਰ ਸਾਡੇ ਜ਼ਿਲ੍ਹਾ NGO ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸ਼ਿਵ ਸੰਨਿਆਸੀ ਜੀ, ਚੀਫ ਪੈਟਰਨ ਵਿਰਿੰਦਰ ਸਿੰਘ MP ਜੀ, ਸਾਡੇ ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਜੀ, ਗੁਰਸੇਵਕ ਸਿੰਘ ਸੰਨਿਆਸੀ ਜੀ ਪ੍ਰਧਾਨ, ਕ੍ਰਿਸ਼ਨ ਸੂਦ ਜੀ, ਨਰਿੰਦਰਪਾਲ ਸਹਾਰਨ ਜੀ, ਸੁਰਿੰਦਰਜੀਤ ਗਿੱਲ ਜੀ, ਅਮਨਜੀਤ ਸਿੰਘ ਜੱਸਲ, ਮੈਡਮ ਬੇਅੰਤ ਕੌਰ, ਡਾਕਟਰ ਵਰਿੰਦਰ ਕੌਰ ਜੀ, ਸੋ ਸਾਰੇ ਸਤਿਕਾਰਯੋਗ ਸਾਡੀਆਂ ਭੈਣਾਂ ਵੀਰ ਬੈਠੇ ਇੱਥੇ, ਸਾਰਿਆਂ ਦਾ ਨਾਮ ਸੰਭਵ ਨਹੀਂ ਹੈ। ਸੋ ਮੈਂ ਮੈਡਮ ਅਮਨ ਅਰੋੜਾ ਜੀ ਨੂੰ ਦੱਸਣਾ ਚਾਹੁੰਦਾ ਕਿ ਮੋਗਾ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਐਕਟਿਵ ਸਮਾਜ ਸੇਵੀ ਸੰਸਥਾਵਾਂ, ਚਾਹੇ ਉਹ ਪਿੰਡਾਂ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਸ਼ਹਿਰ ਦੇ ਨਾਲ ਸੰਬੰਧਿਤ ਹੈ, ਤਾਂ ਉਹਨਾਂ ਵਿੱਚੋਂ ਤਕਰੀਬਨ 70 ਦੇ ਕਰੀਬ ਸੰਸਥਾਵਾਂ ਸਾਡੇ ਨਾਲ ਪਹਿਲਾਂ ਹੀ ਜੁੜ ਚੁੱਕੀਆਂ। ਅੱਜ ਕਾਫੀ ਸੰਸਥਾਵਾਂ ਜਿਹੜੀਆਂ ਔਰਤ ਸੰਸਥਾਵਾਂ ਜਿਹੜੀਆਂ ਇਸਤਰੀ ਵਿੰਗ ਦੇ ਵਿੱਚ ਕੰਮ ਕਰ ਰਹੀਆਂ, ਉਹ ਵੀ ਸਾਡੇ ਮੈਂਬਰਸ਼ਿਪ ਫਾਰਮ ਫਿਲ ਕਰਕੇ ਸਾਡੀਆਂ ਮੈਂਬਰ ਬਣੀਆਂ। ਸੋ ਉਹਦੀ ਗਿਣਤੀ ਐਗਜ਼ੈਕਟ ਤਾਂ ਮੈਂ ਨਹੀਂ ਦੱਸ ਸਕੂੰਗਾ, ਪਰ ਫਿਰ ਵੀ 85 ਤੋਂ ਅਬਵ ਮੈਨੂੰ ਲੱਗਦਾ ਹੈ ਕਿ ਉਹਨਾਂ ਸੰਸਥਾਵਾਂ ਦੀ ਗਿਣਤੀ ਹੋ ਚੁੱਕੀ ਹੈ। ਸੋ ਮੈਮ ਇਹ ਸਾਡੀ NGO ਕੋਆਰਡੀਨੇਸ਼ਨ ਕਮੇਟੀ ਬਣਾਉਣ ਦਾ ਮਕਸਦ, ਪਹਿਲੀ ਗੱਲ ਤਾਂ ਅੱਜ ਤੱਕ ਕਦੇ ਕਮੇਟੀ ਕੋਈ ਇਸ ਤਰ੍ਹਾਂ ਦੀ ਬਣੀ ਨਹੀਂ, ਪਹਿਲਾਂ ਕੋਈ ਕੋਸ਼ਿਸ਼ ਵੀ ਨਹੀਂ ਹੋਈ, ਪਰ ਕੁਝ ਲੋਕ ਆਪਣੇ ਆਪ ਨੂੰ ਕੋਆਰਡੀਨੇਟਰ ਦੱਸਦੇ ਰਹੇ ਆ, ਪਹਿਲਾਂ ਉਹ ਕੋਆਰਡੀਨੇਟ ਕਰਦੇ ਰਹੇ, ਚਲੋ ਉਹਨਾਂ ਨੇ ਸੇਵਾਵਾਂ ਵੀ ਦਿੱਤੀਆਂ ਸਮਾਜ ਨੂੰ, ਪਰ ਅਸੀਂ ਵਿਧੀਵਤ ਤਰੀਕੇ ਦੇ ਨਾਲ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਇੱਕ ਬੋਡੀ ਬਣਾ ਲਈ ਹੈ ਜੀ, ਉਹਦੇ ਅਹੁਦੇਦਾਰ ਨਿਸ਼ਚਿਤ ਕਰ ਲਏ ਔਰ ਨਾਲ ਦੇ ਨਾਲ ਉਹਨੂੰ ਰਜਿਸਟਰਡ ਕਰਾਉਣ ਦੀ ਕਾਰਵਾਈ ਵੀ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹ ਸੰਸਥਾ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਆਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਂਦਾ, ਔਰ ਇਹ ਆਸ ਟੁੱਟਣੀ ਨਹੀਂ ਚਾਹੀਦੀ, ਸਗੋਂ ਦੀ ਇਸ ਆਸ ਨੂੰ ਬੂਰ ਪੈਣਾ ਚਾਹੀਦਾ ਹੈ, ਫਲ ਲੱਗਣਾ ਚਾਹੀਦਾ ਹੈ, ਤਾਂ ਕਿ ਜਿਹੜੇ 70-75 ਸਾਲ ਤੋਂ ਲੋਕਾਂ ਦੀਆਂ ਸਮੱਸਿਆਵਾਂ ਚੱਲੀਆਂ ਆ ਰਹੀਆਂ ਉਹਨਾਂ ਦਾ ਖਾਤਮਾ ਹੋਵੇ ਤੇ ਅਸੀਂ ਵੀ ਬੜੇ ਮਾਣ ਨਾਲ ਇਹ ਕਹਿ ਸਕੀਏ ਕਿ ਅਸੀਂ ਭਾਰਤ ਦੇ ਵਸਨੀਕ ਹੈ, ਅਸੀਂ ਪੰਜਾਬ ਦੇ ਵਸਨੀਕ ਹੈ, ਕਿਉਂਕਿ ਆਜ਼ਾਦੀ ਦੇ 70-75 ਸਾਲ ਬਾਅਦ ਵੀ ਅਸੀਂ ਕੁਝ ਅਜਿਹੀਆਂ ਗੱਲਾਂ ਦੀ ਮੰਗ ਕਰ ਰਹੇ ਹਾਂ, ਅਜਿਹੀਆਂ ਗੱਲਾਂ ਅਜਿਹੀਆਂ ਲੋੜਾਂ ਹੈ ਸਾਡੀਆਂ, ਜਿਨ੍ਹਾਂ ਨੂੰ ਦੱਸਦਿਆਂ ਵੀ ਕਈ ਵਾਰੀ ਸ਼ਰਮ ਆਉਣ ਲੱਗ ਪੈਂਦੀ ਹੈ ਕਿ ਅੱਜ ਅਸੀਂ 75 ਸਾਲ ਬਾਅਦ ਵੀ ਆਹ ਗੱਲਾਂ ਕਰ ਰਹੇ ਹਾਂ। ਸੋ ਅਸੀਂ ਲਗਾਤਾਰ ਅੱਜ ਚੌਥੀ ਮੀਟਿੰਗ ਹੈ ਜੀ ਸਾਡੀ। ਇਸ ਤੋਂ ਪਹਿਲਾਂ ਅਸੀਂ DC ਸਾਹਿਬ ਨੂੰ ਵੀ ਮਿਲ ਕੇ ਆਏ ਔਰ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ ਅਸੀਂ ਸਰਕਾਰ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੁੰਦੇ ਹਾਂ ਔਰ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਵੱਖ-ਵੱਖ ਡਿਪਾਰਟਮੈਂਟਸ ਦੇ ਵੱਲੋਂ ਚਲਾਈਆਂ ਜਾਂਦੀਆਂ ਉਹਦਾ ਪ੍ਰਚਾਰ ਕਰਕੇ ਅਸੀਂ ਜਿਹੜੇ ਬੈਨੀਫੀਸ਼ਰੀਜ਼ ਹੈਗੇ ਆ ਉਹਨਾਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਕਿ ਜਿਹੜੇ ਸਹੀ ਬੈਨੀਫਿਸ਼ਰੀ ਹੈਗੇ ਆ ਉਹਨਾਂ ਤੱਕ ਉਹਨਾਂ ਦਾ ਲਾਭ ਪਹੁੰਚ ਸਕੇ। ਸਾਡੇ ਅੱਜ ਤੋਂ ਪਹਿਲਾਂ ਇਹੀ ਹੁੰਦਾ ਹੈ ਕਿ ਕੋਈ ਵੀ ਸਰਕਾਰੀ ਸਕੀਮ ਆਉਂਦੀ ਹੈ ਤਾਂ ਸਿਰਫ ਕੁਝ ਗਿਣੇ ਚੁਣੇ ਲੋਕ ਜਿਨ੍ਹਾਂ ਤੱਕ ਉਹਦੀ ਜਾਣਕਾਰੀ ਪਹੁੰਚਦੀ ਸੀ ਉਹੀ ਲੋਕ ਉਹਨਾਂ ਸਕੀਮਾਂ ਦਾ ਲਾਭ ਲੈ ਜਾਂਦੇ ਸੀ ਔਰ ਜ਼ਿਆਦਾਤਰ ਸਰਕਾਰੀ ਸਕੀਮਾਂ ਦਾ ਬਜਟ ਹੈ ਜਿਹੜਾ ਉਹ ਵਰਤਿਆ ਵੀ ਨਹੀਂ ਸੀ ਜਾਂਦਾ, ਉਸੇ ਦਾ ਤਰ੍ਹਾਂ ਹੀ ਲੈਪਸ ਹੋ ਜਾਂਦਾ ਸੀ, ਵਾਪਸ ਮੁੜ ਜਾਂਦਾ ਸੀ। ਮੈਂ RT ਰਾਹੀਂ ਬਹੁਤ ਸਾਰੀਆਂ ਜਾਣਕਾਰੀਆਂ ਲਈਆਂ, ਇਸੇ ਕਰਕੇ ਇਹ ਗੱਲ ਕਹਿ ਰਿਹਾ ਕਿ ਜ਼ਿਆਦਾਤਰ ਜਿਹੜੀਆਂ ਭਲਾਈ ਸਕੀਮਾਂ ਹੈਗੀਆਂ ਉਹਨਾਂ ਦਾ ਬਜਟ ਹੈ ਵਰਤਿਆ ਹੀ ਨਹੀਂ ਜਾਂਦਾ, ਜਾਂ ਫਿਰ ਕਨਵਰਟ ਕਰ ਲਿਆ ਜਾਂਦਾ ਹੈ। ਸਕੀਮ ਕਿਸੇ ਹੋਰ ਦੇ ਅੰਡਰ ਆਉਂਦਾ ਬਜਟ 9 ਮਹੀਨੇ 10 ਮਹੀਨੇ ਕੱਢ ਦਿੰਦੇ ਆ, ਉਹਦਾ ਪ੍ਰਚਾਰ ਹੀ ਨਹੀਂ ਹੁੰਦਾ
ਬਾਅਦ ਦੇ ਵਿੱਚ ਇੱਕ ਨੋਟ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਂਦਾ ਵੀ ਇਹਦੇ ਵਿੱਚ ਤਾਂ ਕੋਈ ਬੈਨੀਫੀਸ਼ਰੀ ਨਹੀਂ ਆਇਆ, ਸਾਨੂੰ ਇਹ ਪੈਸਾ ਇੱਧਰ ਖਰਚਣ ਦੀ ਇਜਾਜ਼ਤ ਦਿੱਤੀ ਜਾਵੇ। ਜਾਣੀ ਕਿ ਉਹਦਾ ਹੈੱਡ ਚੇਂਜ ਕਰਕੇ ਉਹ ਪੈਸਾ ਹੋਰ ਪਾਸੇ ਵਰਤ ਲੈ ਜਾਂਦਾ। ਸੋ ਅਸੀਂ ਇਹ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਜੋ ਵੀ ਸਕੀਮ ਬਣਦੀ ਹੈ ਉਹ ਬੜੇ ਸੋਚ ਵਿਚਾਰ ਤੋਂ ਬਾਅਦ ਬਣਦੀ ਹੈ ਔਰ ਉਹਨਾਂ ਲੋਕਾਂ ਲਈ ਬਣਦੀ ਹੈ ਜਿਨ੍ਹਾਂ ਲੋਕਾਂ ਲਈ ਉਹ ਵਿਚਾਰੀ ਗਈ ਹੁੰਦੀ ਹੈ ਸਕੀਮ। ਸੋ ਉਹਦਾ ਲਾਭ ਹੈ ਜਿਹੜਾ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਪਹੁੰਚਣਾ ਬੜਾ ਜ਼ਰੂਰੀ ਹੈ ਜਿਨ੍ਹਾਂ ਲਈ ਉਹ ਸਕੀਮ ਬਣਾਈ ਗਈ ਹੈ। ਸੋ ਇਸ ਕਰਕੇ ਅਸੀਂ ਇਸ ਕੰਮ ਦੇ ਵਿੱਚ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਿਹੜਾ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਔਰ ਅਸੀਂ ਇੱਕ ਮੰਗ ਪੱਤਰ ਵੀ ਤਿਆਰ ਕੀਤਾ ਇਹਦੇ ਸੰਬੰਧ ਦੇ ਵਿੱਚ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੁੰਬਈ ਨੇ ਦੱਸਿਆ ਕਿ ਅਸੀਂ ਤਕਰੀਬਨ ਇਕੱਠ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਮੈਡਮ, ਕਿਉਂਕਿ ਉਹ ਸਾਡਾ ਪਹਿਲਾਂ ਤੋਂ ਹੀ ਹੈਗਾ। ਕਿਉਂਕਿ ਭੈਣ ਜੀ ਬੈਠੇ ਆ, ਮੇਰਾ ਖਿਆਲ ਆ ਵੀ ਇਹਨਾਂ ਦਾ ਕਰੋਨਾ ਦੇ ਵਿੱਚ ਵੀ ਮੇਰਾ ਖਿਆਲ ਬਹੁਤ ਲੇਡੀਜ਼ ਬੈਠੀਆਂ ਸਾਡੀਆਂ, ਭੈਣ ਬੇਅੰਤ ਕੌਰ ਬੈਠੇ ਆ, ਇੱਕ ਉਹ ਕੁੜੀ ਸਾਡੀ ਬੈਠੀ ਹੈ, ਉਹ ਵੀ ਸਾਡੇ ਨਾਲ ਹੀ ਜਾਂਦੇ ਆ ਜਿੱਥੇ ਜਾਂਦੇ ਆ। ਪਰ ਲੇਕਿਨ ਅਸੀਂ ਕਹਿੰਦੇ ਵੀ ਜਿਹੜਾ ਕੰਮ ਹੋਵੇ ਤੇ ਧੜੱਲੇਦਾਰ ਹੋਵੇ, ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਪਰ ਸਾਨੂੰ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿੱਦਣ ਮੀਟਿੰਗ ਹੋਵੇ ਉਦੋਂ ਅਸੀਂ MLA ਦੀ ਵੀ ਮੰਗ ਕਰਦੇ ਨੇ ਸਾਡੇ ਨਾਲ ਵਿੱਚ ਹੋਣ, ਕਿਉਂਕਿ ਜਿਹੜੀਆਂ ਸਾਨੂੰ ਉਦੋਂ ਮੈਂਬਰਸ਼ਿਪ ਇਸੇ ਕਰਕੇ ਪਹਿਲਾਂ ਕੱਢ ਦਿੱਤਾ ਗਿਆ ਸੀਗਾ, ਕਿਉਂਕਿ ਅਸੀਂ ਜਿਹੜਾ ਮੁੱਦਾ ਰੱਖ ਕੇ ਆਉਂਦੇ ਹੁੰਦੇ ਸੀਗੇ ਉਹ ਦੂਜੀ ਮੀਟਿੰਗ ਦੇ ਵਿੱਚ ਹੱਲ ਨਹੀਂ ਹੁੰਦਾ ਤੇ ਮੈਨੂੰ ਤਾਂ ਮਹਿੰਦਰਪਾਲ ਲੂੰਗਾ ਕਹਿੰਦੇ ਤੁਸੀਂ ਚੰਗਾ ਜਾਓ, ਤੁਸੀਂ ਇਸ ਕਾਬਲ ਸੀਗੇ, ਕਿਉਂਕਿ ਅਸੀਂ ਨਾ ਖਾਣੇ ਨਾ ਖਾਣ ਦਿੰਦੇ ਹਾਂ। ਬਸ ਇੰਨੀਆਂ ਕੁ ਬੇਨਤੀਆਂ ਵੀ ਜੇ ਸਰਕਾਰ ਸਾਫ਼ ਸੁਥਰੀ ਬਣੀ ਹੈ ਤਾਂ ਅਸੀਂ ਕਹਿੰਦੇ ਵੀ ਸਾਫ਼ ਸੁਥਰਾ ਕੰਮ ਹੋਵੇ, ਵੀ ਜਿਸ ਤਰ੍ਹਾਂ ਅਫਸਰ ਆਏ ਹੈ ਤੇ ਉਹੋ ਜਿਹਾ ਇੰਨੀਆਂ ਕੁ ਬੇਨਤੀਆਂ ਕਰਦਾ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਬੇਨਤੀ ਕਰੂੰਗਾ ਮੈਡਮ ਵਰਿੰਦਰ ਕੌਰ ਢਿੱਲੋਂ ਜੀ, ਉਹ ਆਪਣਾ ਪ੍ਰਬੰਧਨ ਕਰਨਗੇ। बहुत ही सत्कारयोग डॉक्टर मिसिज अमन अरोड़ा, ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਔਰਤਾਂ ਦੀ ਇੱਕ ਨਵੀਂ ਸੋਚ ਨੂੰ ਅੱਗੇ ਲੈ ਕੇ ਔਰ ਸਾਡੀ ਉਹ ਸੋਚ ਨੂੰ ਦੂਰ ਪਿਆ ਜਦੋਂ ਮਿਸਿਸ ਅਮਨ ਅਰੋੜਾ ਸਾਡੇ MLA ਬਣ ਕੇ ਸ਼ਹਿਰ ਵਿੱਚ ਆਏ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਸੋਚਾਂ ਸਾਡੀਆਂ ਆਪਣੇ ਆਪ ਹੀ ਹੱਲ ਹੋ ਜਾਣੀਆਂ ਨੇ ਜਦੋਂ ਇੱਕ ਔਰਤ ਦੂਸਰੀ ਔਰਤ ਨੂੰ ਸਮਝ ਸਕਦੀ ਹੁੰਦੀ ਹੈ ਕਿ ਜਦੋਂ ਇੱਕ ਔਰਤ ਆਵਾਜ਼ ਉਠਾਉਂਦੀ ਹੈ ਨਾ ਤਾਂ ਉਹਦਾ ਕੋਈ ਮਤਲਬ ਹੁੰਦਾ ਹੈ, ਜਦੋਂ ਇੱਕ ਔਰਤ ਕੋਈ ਕੁਐਸਚਨ ਪੈਦਾ ਕਰਦੀ ਹੈ ਤਾਂ ਉਹਦਾ ਕੋਈ ਮਤਲਬ ਹੁੰਦਾ ਹੈ, ਤਾਂ ਔਰਤ ਹੀ ਔਰਤ ਨੂੰ ਅੱਛੀ ਤਰ੍ਹਾਂ ਸਮਝ ਸਕਦੀ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਅਮਨ ਜੀ ਨੂੰ ਬਹੁਤ ਬਹੁਤ ਮੁਬਾਰਕ ਦਿੰਦੀ ਹਾਂ ਔਰ ਸਾਡੀ ਸਾਰਿਆਂ ਵੱਲੋਂ ਅਸੀਂ ਤੁਹਾਨੂੰ ਬੈਸਟ ਆਫ ਲੱਕ ਕਹਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਜਦ ਵੀ ਕਦੇ ਸਾਨੂੰ ਲੋੜ ਪਵੇਗੀ ਤੁਸੀਂ ਸਾਡੇ ਨਾਲ ਹਮੇਸ਼ਾ ਖੜੇ ਰਹੋਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਵੱਲੋਂ ਤੁਹਾਡਾ ਜੀ ਆਇਆਂ ਕਹਿੰਦੀ ਹਾਂ। ਹੁਣ ਮੈਂ ਸਾਡੇ ਮੋਗਾ ਦੇ MLA ਜਿਨ੍ਹਾਂ ਬਾਰੇ ਆਪਾਂ ਸਾਰੇ ਹੀ ਉਹਨਾਂ ਦੀ ਪ੍ਰੇਜ਼ ਕਰ ਰਹੇ ਹਾਂ ਔਰ ਇਸ ਭਾਗ ਮਹਿਸੂਸ ਕਰ ਰਹੇ ਹਾਂ ਕਿ ਵੀ ਉਹਨਾਂ ਦਾ ਚੁਣਿਆ ਜਾਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਔਰ ਖਾਸ ਕਰਕੇ ਔਰਤ ਵਰਗ ਲਈ, ਕਿਉਂਕਿ ਵੂਮਨ ਐਮਪਾਵਰਮੈਂਟ 'ਤੇ ਅਸੀਂ ਤਕਰੀਬਨ ਸਾਰੀ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਔਰ ਅੱਜ ਤੋਂ 6-7 ਸਾਲ ਪਹਿਲਾਂ ਕੋਈ ਵੀ ਔਰਤ ਸਾਨੂੰ NGO ਸੈਕਟਰ ਵਿੱਚ ਕੰਮ ਕਰਦੀ ਨਹੀਂ ਸੀ ਮਿਲਦੀ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ 6-7 ਸਾਲਾਂ ਦੇ ਵਿੱਚ ਬੜੀ ਚੇਂਜ ਆਈ ਹੈ ਔਰ ਬਹੁਤ ਸਾਰੀਆਂ ਸਾਡੇ ਸ਼ਹਿਰ ਦੀਆਂ ਜੋ ਭੈਣਾਂ ਪਿੰਡਾਂ ਤੋਂ ਸਾਡੀਆਂ ਭੈਣਾਂ ਉਹ ਇਸ ਖੇਤਰ ਦੇ ਵਿੱਚ ਅੱਗੇ ਆ ਰਹੀਆਂ ਔਰ ਬਹੁਤ ਅੱਛਾ ਕੰਮ ਵੀ ਕਰ ਰਹੀਆਂ। ਸੋ ਉਹਨਾਂ ਦੇ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਮੈਂ ਬੇਨਤੀ ਕਰੂੰਗਾ ਸਾਡੇ ਵਿਧਾਇਕ ਮੈਡਮ ਅਮਨ ਅਰੋੜਾ ਜੀ ਕਿ ਉਹ ਪਹਿਲਾਂ ਮੈਂ ਬੁਲਾ ਲਈ ਕਿਉਂਕਿ ਮੰਗ ਪੱਤਰ 'ਤੇ ਤਾਂ ਬੋਲਿਆ ਨਹੀਂ ਨਾ ਜਾਣਾ ਜ਼ਿਆਦਾ ਪੜ੍ਹਿਆ ਜਾਂਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ, ਨਮਸਕਾਰ ਸਾਰਿਆਂ ਨੂੰ। ਅੱਜ ਸਾਡੇ ਮੋਗੇ ਦੀਆਂ ਬਹੁਤ ਹੀ ਸਤਿਕਾਰਯੋਗ ਮਾਨਯੋਗ ਸ਼ਖਸੀਅਤਾਂ, ਵੱਖ-ਵੱਖ NGOs ਦੇ ਚੇਅਰਪਰਸਨ, ਉਹਨਾਂ ਦੇ ਕਮੇਟੀ ਮੈਂਬਰਸ ਸਾਰੇ ਬਹੁਤ ਹੀ ਸਤਿਕਾਰਯੋਗ ਅੱਜ ਇਸ ਮੀਟਿੰਗ ਦੇ ਵਿੱਚ ਆਏ ਹੋਏ ਮੇਰੀਆਂ ਭੈਣਾਂ, ਮੇਰੇ ਭਰਾ, ਤੁਹਾਡੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਬਹੁਤ ਅੱਛਾ ਲੱਗਿਆ ਐਂਡ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਔਰਤਾਂ ਅੱਗੇ ਆਉਂਦੀਆਂ ਨੇ ਐਂਡ ਆਪਣੀ ਆਵਾਜ਼ ਉਠਾਉਂਦੀਆਂ ਨੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇੱਕ ਔਰਤ ਇੱਕ ਛੋਟੇ ਜਿਹੇ ਕੰਮ ਤੋਂ ਲੈ ਕੇ ਘਰ ਦੇ ਕੰਮ ਤੋਂ ਲੈ ਕੇ ਘਰ ਦਾ ਕੰਮ ਕਰਨਾ ਸਭ ਤੋਂ ਮੁਸ਼ਕਿਲ ਹੁੰਦਾ। ਆਈ ਨੋ ਕਿ ਉਹ ਮੋਸਟ ਡਿਫਿਕਲਟ ਜੌਬ ਹੁੰਦੀ ਹੈ ਜੋ ਘਰੇ ਲੇਡੀਜ਼ ਕਰਦੀਆਂ ਨੇ। ਸੋ ਉਸ ਕੰਮ ਤੋਂ ਲੈ ਕੇ ਇੱਕ ਪਾਇਲਟ ਹੋ ਸਕਦੀ ਹੈ ਔਰਤ, ਇੱਕ ਡਾਕਟਰ ਹੋ ਸਕਦੀ ਹੈ, ਇੰਜੀਨੀਅਰ ਹੋ ਸਕਦੀ ਹੈ ਐਂਡ ਇੱਕ ਪੋਲੀਟੀਸ਼ੀਅਨ ਵੀ ਹੋ ਸਕਦੀ ਹੈ।
ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਇੱਕ ਮਾਂ ਦਾ ਫਰਜ਼, ਇੱਕ ਵਾਈਫ ਦਾ ਫਰਜ਼, ਇੱਕ ਜਿਹੜਾ ਹੈਗਾ ਨੂੰਹ ਦਾ ਫਰਜ਼ ਜਾਂ ਬੇਟੀ ਦਾ, ਭੈਣ ਦਾ ਫਰਜ਼ ਜਿਹੜੇ ਹੈਗੇ ਆ ਬਖੂਬੀ ਨਿਭਾਉਂਦੀਆਂ ਨੇ। ਕਦੇ ਇਹ ਨਹੀਂ ਕਹਿੰਦੀਆਂ ਰਾਤ ਨੂੰ ਵੀ ਥੱਕ ਕੇ ਕਿ ਮੈਂ ਥੱਕੀ ਹੋਈ ਹਾਂ, ਹੁਣ ਮੇਰੇ ਤੋਂ ਇਹ ਕੰਮ ਹੋਣਾ ਨਹੀਂ। ਐਂਡ ਸੋ ਇਸ ਲਈ ਮੈਂ ਤੁਹਾਡੇ ਸਾਰਿਆਂ ਨੂੰ ਸੈਲੂਟ ਕਰਦੀ ਹਾਂ, ਨਮਨ ਕਰਦੀ ਹਾਂ, ਕਿਉਂਕਿ ਮੈਨੂੰ ਪਤਾ ਕਿ ਬਹੁਤ ਮੁਸ਼ਕਿਲ ਹੁੰਦਾ। ਐਂਡ ਜਿੰਨਾ ਹੌਸਲਾ ਔਰਤ ਦੇ ਵਿੱਚ ਹੁੰਦਾ ਉਹਨਾਂ ਆਮ ਸੌਰੀ ਉਹ ਮੇਲਸ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਥੱਕ ਕੇ ਕਹਿ ਦਿੰਦੇ ਆ ਕਿ ਵੀ ਆ ਟਾਇਰਡ। ਔਰਤਾਂ ਦੀ ਜੌਬ ਕਦੇ ਖਤਮ ਨਹੀਂ ਹੁੰਦੀ। ਰਾਤ ਨੂੰ ਘਰ ਦਾ ਡੋਰ ਲੌਕ ਕਰਨ ਤੱਕ, ਮਤਲਬ ਬੈੱਡ ਤੱਕ ਜਾਣ ਤੱਕ ਸਭ ਤੋਂ ਲੇਟ ਸੌਣ ਵਾਲੀਆਂ ਤੇ ਸਭ ਤੋਂ ਜਲਦੀ ਉੱਠਣ ਵਾਲੀਆਂ ਘਰ ਦੇ ਵਿੱਚ ਔਰਤਾਂ ਹੁੰਦੀਆਂ ਨੇ। ਸੋ ਮੈਂ ਤੁਹਾਡੇ ਸਾਰਿਆਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਐਂਡ ਉਸ ਦੇ ਲਈ ਤੁਹਾਨੂੰ ਸੈਲੂਟ ਹੈ। ਦੂਸਰੀ ਗੱਲ ਇਹ ਹੈ ਕਿ ਬਹੁਤ ਅੱਛਾ ਲੱਗਿਆ, ਕਿਉਂਕਿ ਮੈਂ ਖੁਦ ਚਾਹੁੰਦੀ ਸੀ ਕਿ ਇੱਕ NGOs ਸਾਰੇ ਮੋਗਾ ਦੀ NGOs ਦੇ ਨਾਲ ਇੱਕ ਜਿਹੜੀ ਹੈਗੀ ਆ ਮੀਟਿੰਗ ਲੱਗੀ ਜਾਵੇ, ਰੂਬਰੂ ਹੋਇਆ ਜਾਵੇ, ਕਿਉਂਕਿ ਜੋ ਸਾਡਾ ਆਮ ਆਦਮੀ ਪਾਰਟੀ ਦਾ ਪਰਪਸ ਹੈ, ਅਸੀਂ ਜੋ ਡਿਵੈਲਪਮੈਂਟ ਜਾਂ ਕਲੀਨ ਗ੍ਰੀਨ ਜੋ ਮੈਂ ਮੋਗਾ ਸਿਟੀ ਨੂੰ ਬਣਾਉਣਾ ਚਾਹੁੰਦੀ ਹਾਂ ਤੁਹਾਡੇ ਸਾਰਿਆਂ ਦੀ ਸਾਥ ਦੇ ਨਾਲ। ਸੋ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਵੀ ਬਹੁਤ ਸਾਥ ਚਾਹੀਦਾ ਹੈ, ਕਿਉਂਕਿ ਆਪਾਂ ਜੋ ਅੱਗੇ ਪਲਾਨਸ ਹੈਗੇ ਆ ਉਹ ਆਪਾਂ ਉਸ ਮੀਟਿੰਗ ਦੇ ਵਿੱਚ ਡਿਸਕਸ ਕਰਾਂਗੇ, ਕਿਉਂਕਿ ਇੱਕ ਅਸੀਂ ਰੋਡ ਮੈਪ ਰੈਡੀ ਕਰ ਰਹੇ ਹਾਂ ਉਹਦੇ ਲਈ ਕਿ ਮੋਗੇ ਨੂੰ ਕਿਸ ਤਰ੍ਹਾਂ ਅੱਛਾ ਹੋਰ ਖੂਬਸੂਰਤ ਬਣਾਇਆ ਜਾਵੇ। ਐਂਡ ਦੂਸਰੀ ਗੱਲ ਇਹ ਹੈ ਕਿ ਮੋਗਾ ਦੇ ਵਿੱਚ ਜਿਸ ਤਰ੍ਹਾਂ ਥੋੜ੍ਹੀਆਂ ਛੋਟੀਆਂ ਦਿੱਕਤਾਂ ਆਉਂਦੀਆਂ ਨੇ ਜਿਸ ਦੇ ਬਾਰੇ ਸ਼ਾਇਦ ਮੈਨੂੰ ਨਹੀਂ ਪਤਾ ਹੋਏਗਾ, ਜਿਸ ਤਰ੍ਹਾਂ ਰਾਸ਼ਨ ਦੀ ਬਹੁਤ ਪ੍ਰੋਬਲਮ ਆਉਂਦੀ ਹੈ, ਡਿਪੋਜ਼ ਦੀ ਬਹੁਤ ਪ੍ਰੋਬਲਮ ਹੈ। ਸੋ ਤੁਹਾਡੇ ਕੋਲ ਆਲਰੇਡੀ ਲੋਕੀ ਆਉਂਦੇ ਆ ਜੋ ਆਪਣੀਆਂ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਆ ਤੁਹਾਡੇ ਨਾਲ। ਸੋ ਉਹ ਬਹੁਤ ਅੱਛਾ ਲੱਗੇਗਾ ਜਦੋਂ ਤੁਹਾਡੇ ਵਰਗੇ ਨੁਮਾਇੰਦੇ ਅੱਗੇ ਲੱਗ ਕੇ ਸਾਰਾ ਕੁਝ ਕਰਨਗੇ, ਕਿਉਂਕਿ ਸਾਨੂੰ ਤਾਂ ਇੱਕ ਬਹੁਤ ਸਟਰੋਂਗ ਟੀਮ ਦੀ ਜ਼ਰੂਰਤ ਹੈ ਜੋ ਸਾਰੇ ਆਪਣਾ ਖੁਦ ਨੂੰ ਸਾਰੇ ਤੁਸੀਂ MLA ਸਮਝ ਕੇ ਅਗਰ ਤੁਸੀਂ ਅੱਗੇ ਵੱਧ ਕੇ ਕੰਮ ਕਰੋ ਤਾਂ ਮੇਰੇ ਲਈ ਉਸ ਤੋਂ ਜ਼ਿਆਦਾ ਕੋਈ ਹੈਲਪ ਨਹੀਂ ਹੋਏਗੀ। ਐਂਡ ਜਿੱਥੇ ਤੁਹਾਨੂੰ ਮੇਰੀ ਜ਼ਰੂਰਤ ਪਏਗੀ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਹਾਂ ਤੇ ਖੜੀ ਰਹੂੰਗੀ। ਐਂਡ ਸਾਡੀ ਪਾਰਟੀ ਦਾ ਮੇਨ ਜਿਹੜਾ ਮੋਟੋ ਹੀ ਇਹ ਹੈਗਾ ਕਿ ਪੰਜਾਬ ਨੂੰ ਕਰਪਸ਼ਨ ਫ੍ਰੀ ਕਰਨਾ। ਐਂਡ ਮੈਂ ਮੋਗਾ ਦੇ ਵਿੱਚ ਆਲਰੇਡੀ ਹਰ ਡਿਪਾਰਟਮੈਂਟ ਦੇ ਵਿੱਚ ਕਹਿ ਚੁੱਕੀ ਹਾਂ ਕਿ ਨਾ ਕਰਪਸ਼ਨ ਅਸੀਂ ਕਰਨੀ ਹੈ ਤੇ ਨਾ ਅਸੀਂ ਕਰਨ ਦੇਣੀ ਹੈ। ਸੋ ਡੇ ਬਾਈ ਡੇ ਜਿਹੜਾ ਹੈਗਾ ਹਰ ਡਿਪਾਰਟਮੈਂਟ ਦੇ ਵਿੱਚ ਇੰਪਰੂਵਮੈਂਟ ਹੋ ਵੀ ਰਹੀ ਹੈ, ਇੰਪਰੂਵ ਕਰ ਵੀ ਰਹੇ ਆ ਉਹ। ਇੱਦਾਂ ਨਹੀਂ ਗਾ ਡੇਲੀ ਜਿਹੜੇ ਹੈਗੇ ਆ ਉਹ ਨਸ਼ਾ ਤਸਕਰ ਵੀ ਡੇਲੀ ਜਿਹੜੇ ਹੈਗੇ ਉਹ ਅਰੈਸਟ ਕਰ ਰਹੇ ਆ ਉਹਨਾਂ ਨੂੰ ਜਿੱਥੋਂ ਜਿੱਥੋਂ ਸਾਨੂੰ ਪਤਾ ਚੱਲਦਾ। ਸੋ ਹਜੇ ਸਿਰਫ 1 ਮਹੀਨਾ ਹੋਇਆ। ਸੋ ਜਸਟ 2-3 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਪੂਰਾ ਕਲੀਨ ਦਿਖੇਗਾ ਮੋਗਾ। ਸਾਰੀ ਜਿਹੜੀ ਪੁਰਾਣੀ ਗੰਦਗੀ ਸੀਗੀ ਉਹ ਸਾਫ਼ ਹੋ ਜਾਏਗੀ। ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਜੋ ਵੀ ਮੰਗ ਪੱਤਰ ਹੈ ਮੈਂ ਉਹ ਘਰੇ ਜਾ ਕੇ ਰੀਡ ਕਰਕੇ ਰਾਤੀ ਐਕਚੁਅਲੀ ਮੈਨੂੰ ਇੱਕ ਮੀਟਿੰਗ ਦੇ ਵਿੱਚ ਜਾਣਾ ਹੋ, ਸੋ ਮੈਂ ਰੀਡ ਕਰਕੇ ਉਹ ਜੋ ਵੀ ਜਾਇਜ਼ ਮੰਗਾਂ ਹੈਗੀਆਂ ਨੇ ਮੈਂ ਉਹ ਪਹੁੰਚਾ ਦਾਂਗੀ ਤੁਹਾਡੀਆਂ CM ਸਾਹਿਬ ਤੱਕ। ਐਂਡ ਜ਼ਰੂਰ ਉਹਨਾਂ 'ਤੇ ਕੰਮ ਕੀਤਾ ਜਾਏਗਾ। ਜੋ ਵੀ ਪੰਜਾਬ ਦੀ ਬਿਹਤਰੀ ਦੇ ਲਈ ਜੋ ਵੀ ਮੰਗਾਂ ਹੋਣਗੀਆਂ ਅਸੀਂ ਡੈਫੀਨੇਟਲੀ ਉਸ 'ਤੇ ਕੰਮ ਕਰਾਂਗੇ ਐਂਡ ਕੰਮ ਕਰਨਾ ਚਾਹੁੰਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ। ਸਾਰੇ ਸਮਾਜ ਸੇਵੀ NGOs ਦੇ ਚੇਅਰਪਰਸਨ, ਕਮੇਟੀ ਮੈਂਬਰਸ ਅਤੇ ਮੇਰੀਆਂ ਸਾਰੀਆਂ ਬਹੁਤ ਹੀ ਰਿਸਪੈਕਟਫੁਲ ਭੈਣਾਂ ਅਤੇ ਮੇਰੇ ਬਹੁਤ ਹੀ ਰਿਸਪੈਕਟਫੁਲ ਮਾਨਯੋਗ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਮੈਡਮ ਅਮਨ ਜੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਕੋਈ ਵੀ ਮੰਗ ਇੱਦਾਂ ਦੀ ਨਹੀਂ ਅਸੀਂ ਪਾਈ ਜਿਹੜੀ CM ਸਾਹਿਬ ਤੱਕ ਜਾਣ ਦੀ ਲੋੜ ਪਈ। ਮੈਮ ਸਾਰੀਆਂ ਲੋਕਲ ਮੰਗਾਂ ਨੇ ਅਤੇ ਔਰ ਉਹਦੇ ਵਿੱਚ ਜਿਹੜੀਆਂ ਜ਼ਿਆਦਾਤਰ ਮੰਗਾਂ ਜਿਹੜੀਆਂ ਬਿਨਾਂ ਕਿਸੇ ਬਜਟ ਤੋਂ ਸਿਰਫ ਥੋੜ੍ਹੀ ਬਹੁਤ ਇੱਛਾ ਸ਼ਕਤੀ ਦੇ ਨਾਲ ਹੀ ਕਰਨ ਵਾਲੀਆਂ ਪੂਰੀਆਂ ਕਰਨ ਵਾਲੀਆਂ ਹੈਗੀਆਂ। ਔਰ ਜਿਹੜੀਆਂ ਕੁਛ ਕੁ ਮੰਗਾਂ ਅਸੀਂ ਇਹੋ ਜਿਹੀਆਂ ਵੀ ਸ਼ਾਮਿਲ ਕੀਤੀਆਂ ਜਿਹਦੇ 'ਤੇ ਥੋੜ੍ਹਾ ਬਹੁਤ ਬਜਟ ਖਰਚ ਹੋਏਗਾ ਅਤੇ 3 ਤੋਂ 4 ਮੰਗਾਂ ਇੱਦਾਂ ਦੀਆਂ ਵੀ ਹੈਗੀਆਂ ਜਿਨ੍ਹਾਂ ਲਈ ਜ਼ਿਆਦਾ ਬਜਟ ਦੀ ਲੋੜ ਪਏਗੀ। ਸੋ ਆਪਾਂ ਸਟੈਪ ਵਾਈਜ਼ ਤੁਸੀਂ ਇਹਨਾਂ 'ਚੋਂ ਆਈਡੈਂਟੀਫਾਈ ਕਰ ਲਓ ਜਾਂ ਮੈਂ ਤੁਹਾਨੂੰ ਆਈਡੈਂਟੀਫਾਈ ਕਰਕੇ ਭੇਜ ਦਿਆਂਗਾ ਕਿ ਵੀ ਜ਼ਿਆਦਾਤਰ ਮੰਗਾਂ ਜਿਹੜੀ ਸਿਰਫ ਅਤੇ ਸਿਰਫ ਪ੍ਰਸ਼ਾਸਨਿਕ ਮੀਟਿੰਗ ਦੇ ਨਾਲ ਅਤੇ ਥੋੜ੍ਹੇ ਬਹੁਤ ਚੇਂਜਸ ਦੇ ਨਾਲ ਹੀ ਜਿਹੜੀਆਂ ਹੈਗੀਆਂ ਉਹ ਹੱਲ ਹੋਣ ਵਾਲੀਆਂ ਹੈਗੀਆਂ। ਸੋ ਬਾਕੀ ਤੁਹਾਡੇ ਅਧਿਕਾਰ ਖੇਤਰ ਵਾਲੀਆਂ ਜਿਹੜੀਆਂ ਨੇ। ਸੋ ਇਸ ਕਰਕੇ ਆਪਾਂ ਨੂੰ CM ਸਾਹਿਬ ਤੱਕ ਜਿਹੜੀਆਂ ਮੰਗਾਂ ਭੇਜਾਂਗੇ ਉਹਦਾ ਇੱਕ ਵੱਖਰਾ ਅਸੀਂ ਦਿਆਂਗੇ ਤੁਹਾਨੂੰ, ਕਿਉਂਕਿ ਅਸੀਂ ਮੰਗਾਂ ਹੀ ਉਹ ਲਿਖੀਆਂ ਇਹਦੇ ਵਿੱਚ ਜਿਹੜੀਆਂ ਲੋਕਲ ਹੈ ਅਤੇ ਤੁਹਾਡੇ ਪੱਧਰ 'ਤੇ ਹੱਲ ਹੋਣ ਵਾਲੀਆਂ। ਸੋ ਅਸੀਂ ਉਮੀਦ ਕਰਦੇ ਹਾਂ ਕਿ ਮੈਮ ਬਹੁਤ ਜਲਦੀ ਸਾਡੀ DC ਸਾਹਿਬ ਦੇ ਨਾਲ ਮੀਟਿੰਗ ਅਤੇ ਸਾਰੇ ਡਿਪਾਰਟਮੈਂਟਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਹੈ ਜਿਹੜੀ ਉਹ ਕਰਵਾਉਣਗੇ ਔਰ ਖੁਦ ਵੀ ਉਹਦੇ ਵਿੱਚ ਹਾਜ਼ਰ ਰਹਿਣਗੇ ਔਰ ਕੋਸ਼ਿਸ਼ ਕਰੀਏ
ਕਿ ਜੇ ਸਾਡੇ ਸਾਰੇ ਵਿਧਾਇਕ ਹੀ ਉਹਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਹੋ ਜਾਣ ਤਾਂ ਇਹ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ, ਕਿਉਂਕਿ ਉਹਦੇ ਵਿੱਚ ਪਿੰਡਾਂ ਦੇ ਨੁਮਾਇੰਦੇ ਵੀ ਹੋਣਗੇ ਤੇ ਸ਼ਹਿਰ ਦੇ ਨੁਮਾਇੰਦੇ ਵੀ ਵੱਡੀ ਪੱਧਰ ਤੇ ਹੋਣਗੇ, ਔਰ ਅਸੀਂ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਹੀ ਸਮੱਸਿਆਵਾਂ ਜਿਹੜੀਆਂ ਉਹਦੇ 'ਚ ਡਿਸਕਸ ਕਰਨੀਆਂ ਹਨ। ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਇਹ ਸੰਸਥਾ ਦੇ ਚੀਫ ਪੈਟਰਨ ਦਵਿੰਦਰਪਾਲ ਸਿੰਘ ਜੀ ਰਿੰਪੀ, ਸਾਰੇ ਹੀ NGO ਤੋਂ ਜਿੰਨੇ ਤੁਸੀਂ ਆਏ ਹੋ ਸਾਡੇ ਸਿਰ ਮੱਥੇ ਤੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਮੈਡਮ ਗੁਰਿੰਦਰ ਦੇ ਸਹਿਯੋਗ ਦੇ ਨਾਲ ਤੁਸੀਂ ਇੱਥੇ ਆਏ, ਉਨੇ ਹੀ ਸ਼ਾਰਟ ਨੋਟਿਸ ਤੇ ਆਪਾਂ ਮਾਣਯੋਗ MLA ਸਾਹਿਬ ਨੂੰ ਕਿਹਾ, ਉਹਨਾਂ ਨੇ ਆਪਣੇ ਸਾਰੇ ਰੁਝੇਵਿਆਂ ਚੋਂ ਟਾਈਮ ਕੱਢ ਕੇ ਆਪਾਂ ਨੂੰ ਟਾਈਮ ਦਿੱਤਾ। ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਸਾਰੇ ਲੋਕ ਚੰਗਾ ਕੰਮ ਕਰਦੇ ਆ, ਆਪਾਂ ਕਿਸੇ ਦੇ ਕੰਮ ਨੂੰ ਨਿੰਦਣਾ ਨਹੀਂ। ਮੇਰੀ ਇੱਕ ਹੋਰ ਬੇਨਤੀ ਹੈ ਕਿ ਜਿੰਨੇ ਤੁਸੀਂ NGO ਇੱਥੇ ਆਏ ਹੋ, ਆਪਣੇ ਜਿਹੜੇ NGO ਹੋਰ ਰਹਿ ਗਏ ਉਹਨਾਂ ਨੂੰ ਆਪਾਂ ਨਾਲ ਜੋੜੋ। ਆਪਣਾ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਸੇ ਨਾਲ ਕੋਈ ਲੜਾਈ ਨਹੀਂ, ਕਿਸੇ ਨਾਲ ਕੋਈ ਕੰਪੀਟੀਸ਼ਨ। ਅਮਨ ਜੀ, ਇਹ ਕੋਈ ਸਾਡੀਆਂ ਜਿਹੜੀਆਂ ਮੰਗਾਂ ਉਹ ਸਾਡੀਆਂ ਕਿਸੇ ਦੀਆਂ ਪਰਸਨਲ ਮੰਗਾਂ ਨਹੀਂ, ਇਹਨਾਂ 'ਚੋਂ ਕਿਸੇ ਵੀ ਬੰਦੇ ਦੀ ਕੋਈ ਇੱਦਾਂ ਦੀ ਮੰਗ ਨਹੀਂ ਵੀ ਜਿਹੜੀ ਅਸੀਂ ਤੁਹਾਡੇ ਤੋਂ ਮੰਗ ਰਹੇ ਜਾਂ ਪ੍ਰਸ਼ਾਸਨ ਤੋਂ ਮੰਗ ਰਹੇ ਹਾਂ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦਾ ਜੋ ਜਾਂ ਸਰਕਾਰ ਨੇ ਜੋ ਫੰਡਸ ਦੇਣੇ ਆ, ਜੋ ਉਹਨਾਂ ਨੇ ਲੋਕਾਂ ਨੂੰ ਰਿਆਇਤਾਂ ਦੇਣੀਆਂ, ਉਹ ਸਹੀ ਬੰਦੇ ਤੱਕ ਪਹੁੰਚ ਜਾਣ। ਅਸੀਂ ਸਿਰਫ ਇੱਕ ਕੜੀ ਬਣ ਕੇ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਹਾਂ, ਨਾ ਕਿ ਸਾਡੀ ਕੋਈ ਮੰਗ ਆ, ਨਾ ਸਾਨੂੰ ਕੋਈ ਉੱਥੇ ਆਉਣਾ ਚਾਹੀਦਾ। ਸਾਡੀ ਕੋਈ ਇੱਦਾਂ ਦੀ ਕੋਈ ਸੋਚ ਨਹੀਂ, ਕੋਈ ਇੱਦਾਂ ਦੀ ਇਹ ਮੰਗ ਨਹੀਂ। ਤੁਹਾਨੂੰ ਗੁੱਬਾ ਜੀ ਨੇ ਡਿਟੇਲ ਵੀ ਕਰਤਾ। ਸਾਨੂੰ ਸਿਰਫ ਇਹ ਹੈ ਕਿ ਜਿਹੜੇ NGO ਕੰਮ ਕਰਦੇ ਆ ਉਹਨਾਂ ਨੂੰ ਮਾਨ ਸਨਮਾਨ ਮਿਲੇ, ਉਹਨਾਂ ਦਾ ਬਣਦਾ ਜਿਹੜਾ ਰੁਤਬਾ ਵਾ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਸਤਿਕਾਰ ਹੋਵੇ। ਬਾਕੀ ਡਾਕਟਰ ਸਾਹਿਬ ਬਾਰੇ ਤੋਂ ਆਪਾਂ ਸਾਰਿਆਂ ਨੇ 1 ਮਹੀਨੇ 'ਚ ਦੇਖ ਲਿਆ। ਲੋਕ ਜਿੱਤ ਦੀ ਖੁਸ਼ੀ ਤੋਂ ਬਾਅਦ ਕੋਈ ਮੰਦਿਰ ਜਾਂਦਾ, ਕੋਈ ਗੁਰਦੁਆਰੇ ਜਾਂਦੇ ਆ, ਕੋਈ ਜਸ਼ਨ ਮਨਾਉਂਦੇ ਆ, ਕੋਈ ਪਾਰਟੀਆਂ ਕਰਦੇ ਆ। ਇਹਨਾਂ ਨੇ ਸਭ ਤੋਂ ਪਹਿਲਾਂ ਝਾੜੂ ਚੁੱਕਿਆ, ਆਪ ਝਾੜੂ ਚੁੱਕਿਆ, ਸ਼ੁਰੂਆਤ ਕੀਤੀ, ਮੋਗੇ ਦੀ ਸਫਾਈ ਦੀ ਸ਼ੁਰੂਆਤ ਕੀਤੀ। ਸਾਡੀ ਜਿੰਨੀ ਵੀ ਗੱਲ ਹੋਈ ਹੈ ਮੈਂ ਕਿਹਾ ਮੈਡਮ ਤੁਸੀਂ ਤੁਹਾਡਾ ਸਟੈਪ ਬਹੁਤ ਵਧੀਆ, ਪਰ ਤੁਹਾਨੂੰ ਵਿੱਚ NGOs ਦੀ ਜ਼ਰੂਰਤ ਪਊਗੀ ਤੇ ਸਾਰੇ NGO ਮੈਡਮ ਤੁਹਾਡੇ ਨਾਲ ਅੱਜ ਹਾਜ਼ਰ ਬੈਠੇ ਆ। ਜਿੱਥੇ ਜਿੱਥੇ ਤੁਸੀਂ ਡਿਊਟੀ ਲਾਓਗੇ ਤੁਹਾਡੇ ਤੋਂ ਅੱਗੇ ਖੜ੍ਹ ਕੇ ਕੰਮ ਕਰਨਗੇ। ਪਰ ਇਹਨੂੰ ਆਪਾਂ ਦੇਖੋ, ਇਹ ਇਕੱਲਾ ਸਪੀਚ ਕਰਨ ਨਾਲ ਜਾਂ ਇਕੱਲੀ ਫੋਟੋ ਖਿਚਾਉਣ ਨਾਲ ਜਾਂ ਇਕੱਲਾ ਝਾੜੂ ਫੜਨ ਨਾਲ ਮੋਗਾ ਸਫਾਈ ਨਹੀਂ ਹੋਣੀ। ਇਹਦੀ ਜ਼ਰੂਰਤ ਹੈ ਜੀ ਇੱਛਾ ਸ਼ਕਤੀ ਦੀ। ਆਪਾਂ ਨੂੰ ਕੰਮ ਕਰਾਂਗੇ, ਠੀਕ ਹੈ, ਵੰਡ ਕੇ ਕੰਮ ਕਰਾਂਗੇ, ਵੰਡ ਕੇ ਸੜਕਾਂ ਦੇ ਦਿਓ, ਠੀਕ ਹੈ ਜੀ। ਸਾਨੂੰ ਪ੍ਰਸ਼ਾਸਨ ਨੂੰ ਵੀ ਨਾਲ ਲੈਣਾ ਪਊਗਾ, ਸਾਨੂੰ ਬਾਜ਼ਾਰ ਨੂੰ ਵੀ ਨਾਲ ਲੈਣਾ ਪਊਗਾ, ਉਹਨਾਂ ਦੀ ਸਪੋਰਟ ਮੰਗਣੀ ਪਊਗੀ। ਭਾਈ ਤੁਸੀਂ ਆਪਾਂ ਜਿਵੇਂ ਆਪਾਂ ਫੋਰਨ ਕੰਟਰੀ ਸਾਰੇ ਤਕਰੀਬਨ ਘੁੰਮੇ ਹੋਏ ਆ, ਉੱਥੇ ਕੋਈ ਛਿਲਕਾ ਸੁੱਟਦਾ ਜਾਂ ਕੋਈ ਵੀ ਪੇਪਰ ਸੁੱਟਦਾ ਤੇ ਨਾਲ ਦਾ ਚੁੱਕ ਲੈਂਦਾ, ਮੇਰੇ ਵਰਗਾ ਸੁੱਟਦਾ ਕੋਈ ਚੁੱਕਦਾ ਤੇ ਉਹਨੂੰ ਸ਼ਰਮ ਆਉਂਦੀ। ਜੀ ਮੈਂ ਇਹਦੇ ਤੇ ਇਹੀ ਕਹਿਣਾ, ਮਤਲਬ ਤੁਸੀਂ ਬਹੁਤ ਅੱਛਾ ਪੁਆਇੰਟ ਕਰ ਲਿਆ ਜਿਹੜਾ ਆਪਾਂ ਉਸ ਦਿਨ ਡਿਸਕਸ ਕੀਤਾ ਸੀਗਾ। ਐਕਚੁਅਲੀ ਪ੍ਰੋਬਲਮ ਇਹ ਹੈ ਜੀ, ਕਿਉਂਕਿ ਸਟਾਰਟਿੰਗ ਅਸੀਂ ਕਰ ਲਈ ਸਫਾਈ ਤੋਂ, ਬਟ ਆਪਾਂ ਨੂੰ ਪਤਾ ਕਿ ਆਪਾਂ ਘਰੇ ਸਵੇਰ ਝਾੜੂ ਲਗਾਉਂਦੇ ਆ, ਪੋਚਾ ਲਗਾਉਂਦੇ ਆ, ਬਟ ਘਰ ਦੇ ਵਿੱਚ ਵੀ ਅੱਜ ਕੱਲ੍ਹ ਜ਼ਿਆਦਾ ਤੋਂ ਜ਼ਿਆਦਾ 5 ਜਾਂ 6 ਮੈਂਬਰਸ ਹੁੰਦੇ ਆ। ਇਸ ਤੋਂ ਜ਼ਿਆਦਾ ਬਹੁਤ ਘੱਟ ਹੈ ਜੁਆਇੰਟ ਫੈਮਿਲੀ ਜਿਨ੍ਹਾਂ ਦੇ ਵਿੱਚ ਜ਼ਿਆਦਾ ਮੈਂਬਰਸ ਹੁੰਦੇ ਆ। ਸੋ ਫਿਰ ਵੀ ਈਵਨਿੰਗ ਦੇ ਵਿੱਚ ਝਾੜੂ ਪੋਚਾ ਉੱਥੇ ਲਗਾਉਣਾ ਪੈਂਦਾ। ਸੋ ਆਪਣੀ ਪ੍ਰੋਬਲਮ ਕੀ ਹੈ ਕਿ ਅਗਰ ਆਪਾਂ ਸ਼ੁਰੂਆਤ ਕਰਤੀ ਹੈ ਤਾਂ ਉਹਦਾ ਮਤਲਬ ਇਹ ਨਹੀਂਗਾ ਕਿ ਡੇਲੀ ਜਾ ਕੇ ਝਾੜੂ ਪੋਚਾ ਉੱਥੇ ਮੈਂ ਹੀ ਲਗਾ ਕੇ ਆਉਂਗੀ ਐਂਡ ਡੇਲੀ ਮੈਂ ਹੀ ਉੱਥੇ ਜਾ ਕੇ ਸਫਾਈ ਕਰੂੰਗੀ। ਇਹ ਇੱਕ ਦੇਖੋ, ਬੱਚਿਆਂ ਨੂੰ ਜਦੋਂ ਆਪਾਂ ਜਾਂ ਕਿਸੇ ਨੂੰ ਕੋਈ ਚੀਜ਼ ਸ਼ੁਰੂਆਤ ਕਰਨੀ ਹੁੰਦੀ ਹੈ ਜਾਂ ਆਪਾਂ ਕਿਸੇ ਨੂੰ ਦੱਸਣਾ ਹੁੰਦਾ ਕਿ ਇੱਥੇ ਗੰਦਗੀ ਹੈ, ਇਹਦੀ ਸਫਾਈ ਦੀ ਜ਼ਰੂਰਤ ਹੈ, ਸੋ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਕਿ ਅਸੀਂ ਇੱਦਾਂ ਦਾ ਰੋਡ ਮੈਪ ਤਿਆਰ ਕਰ ਰਹੇ ਹਾਂ। ਵੀਰ ਜੀ ਨੇ ਬਹੁਤ ਅੱਛੀ ਗੱਲ ਕੀਤੀ। ਅਸੀਂ ਮਤਲਬ ਇੱਦਾਂ ਦਾ ਬਣਾ ਰਹੇ ਹਾਂ ਕਿ ਕੋਈ ਪਾਰਕ, ਜਿਸ ਤਰ੍ਹਾਂ ਤੁਸੀਂ ਜਿਹੜੇ ਹੈਗੇ ਇੰਟਰਸਟਡ ਹੋਵੋਗੇ ਕਿ ਇੱਕ ਜਿਸ ਤਰ੍ਹਾਂ ਆਪਣੇ ਮੋਗਾ ਦੇ ਵਿੱਚ ਜਿੰਨੀਆਂ ਵੀ ਪਾਰਕਸ ਹੈ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਸਫਾਈ ਕਰਮਚਾਰੀ ਅਸੀਂ ਦੇਵਾਂਗੇ, ਸਭ ਕੁਝ ਪ੍ਰਸ਼ਾਸਨ ਤੁਹਾਨੂੰ ਦੇਊਗਾ। ਜਸਟ ਉਹਦਾ ਇਹ ਹੈ ਕਿ ਵੀ ਉੱਥੇ ਪ੍ਰੋਪਰ ਕੀ ਉੱਥੇ ਬਾਕੀ ਸਫਾਈ ਹੋ ਰਹੀ ਹੈ, ਕੀ ਉੱਥੇ ਜਿੰਨੇ ਪਲਾਂਟਸ ਉੱਥੇ ਲਗਾਏ ਆ ਉਹਨਾਂ ਨੂੰ ਪਾਣੀ ਮਿਲ ਰਿਹਾ, ਕੀ ਉੱਥੇ ਜਿਹੜੇ ਫਾਊਂਟੇਨਸ ਆਪਾਂ ਚਲਾਏ ਆ ਉਹ ਚੱਲ ਰਹੇ ਆ, ਕੋਈ ਲੀਕੇਜ ਨਹੀਂ, ਜਾਂ ਇਹ ਚੀਜ਼ਾਂ ਦੇਖਣ ਦੇ ਲਈ ਜਿਸ ਤਰ੍ਹਾਂ ਆਪਾਂ ਆਪਣੇ ਘਰ ਦੀ ਨਿਗਰਾਨੀ ਕਰਦੇ ਆ ਨਾ, ਉਹਦੇ ਲਈ ਅਸੀਂ ਟੀਮਸ ਬਣਾਵਾਂਗੇ ਕਿ ਅਗਰ ਤੁਸੀਂ ਇੰਟਰਸਟਡ ਹੋ, ਕਿਸੇ ਨੂੰ ਕੋਈ ਮਤਲਬ ਫੋਰਸ ਨਹੀਂ ਕੀਤਾ ਜਾਏਗਾ। ਸੋ ਅਗਰ ਕੋਈ ਇੰਟਰਸਟਡ ਹੋਇਆ ਤਾਂ ਇੱਕ ਪਾਰਕ ਜਿਹੜੀ ਹੈਗੀ ਆ ਆਪਾਂ ਉਹਦੇ ਨੁਮਾਇੰਦੇ ਬਣਾ ਦਾਂਗੇ ਕਿ ਇਹ ਪਾਰਕ ਦੀ ਦੇਖ ਰੇਖ ਜਿਹੜੀ ਹੈਗੀ ਆ ਇਹਨਾਂ ਦੇ ਥਰੂ ਹੋਏਗੀ। ਸੋ ਉਹਦੇ ਵਿੱਚ ਤੁਸੀਂ ਆਪਣੇ ਪਰਸਨਲ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਕੋਈ ਫੰਡ ਨਹੀਂ ਦੇਣਾ, ਕੁਝ ਨਹੀਂ ਕਰਨਾ। ਸੋ ਅਸੀਂ ਉਹਦੇ ਲਈ ਕਰ ਰਹੇ ਹਾਂ ਕਿ ਤਾਂ ਕਿ ਇੱਕ ਚੀਜ਼ ਨੂੰ ਹੁੰਦਾ ਨਾ ਕਿ ਆਪਾਂ ਨੂੰ ਦੇਖ ਰੇਖ ਦੀ ਬਹੁਤ ਜ਼ਰੂਰਤ ਹੈ। ਸੋ ਆਪਾਂ ਕਰਵਾਇਆ, ਹੁਣ ਉਹ ਸਫਾਈ ਕਰਮਚਾਰੀ ਵੀ ਉੱਥੇ ਦਿੱਤੇ ਹੋਏ ਆ, ਬਟ ਉੱਥੇ ਪਤਝੜ ਦਾ ਮੌਸਮ ਹੈ, ਉੱਥੇ ਪੱਤੇ ਖਿੰਡ ਰਹੇ ਆ, ਉੱਥੇ ਸਫਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕੀ ਉਹ ਜਾ ਰਹੇ ਆ ਉੱਥੇ ਕਿ ਨਹੀਂ ਜਾ ਰਹੇ। ਸੋ ਇੱਕ ਇਕੱਲੇ ਇਨਸਾਨ ਲਈ ਇਹ ਪੋਸੀਬਲ ਨਹੀਂ ਹੁੰਦਾ ਕਿ ਸਾਰੇ ਪਾਸੇ ਜਾ ਕੇ ਵੇਖਣਾ। 50 ਵਾਰਡਸ ਹੈ, 48 ਪਿੰਡ ਹੈ, ਸੋ ਹਰ ਪਾਸੇ ਡੇਲੀ
घूमिया नहीं जा सकता। सो तुसी सारे जाने हैगे हो ਜਿਹੜੇ ਆਪਾਂ ਡਿਵਾਈਡ ਅਗਰ ਕਰ ਲਈਏ ਇੱਕ ਇੱਕ ਚੀਜ਼ ਤਾਂ ਮੋਗਾ ਬਹੁਤ ਸੋਹਣਾ ਬਣ ਸਕਦਾ। ਸੋ ਉਹਦੇ ਲਈ ਤੁਹਾਡੀ ਸਾਰਿਆਂ ਦੀ ਹੈਲਪ ਦੀ ਜ਼ਰੂਰਤ ਪਏਗੀ। ਸਭ ਕੁਝ ਅਸੀਂ ਦੇਵਾਂਗੇ, ਫੰਡ ਸਰਕਾਰ ਦੇਗੀ, ਸਫਾਈ ਕਰਮਚਾਰੀ ਸਰਕਾਰ ਦੇਗੀ, ਸਾਰੀਆਂ ਸਹੂਲਤਾਂ ਸਰਕਾਰ ਦੇਗੀ। ਜਸਟ ਤੁਸੀਂ ਦੇਖਣਾ ਹੈ ਕਿ ਬਾਕੀ ਇਹ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ। मैं एक पॉइंट इतने रेज करना चाहूँगी। जी। पीछे से करीबन 8 या 9 मंथ्स पहले हमने बोगनविला प्लांट करा था पूरे हाईवे के ऊपर। शायद आप भी थे उस ड्राइव में, एसी सर भी थे, संदीप मान सर थे और काफ़ी NGO साथ में थे। आई थिंक नेस्ले से लेके बुगीपुरा चौक तक ये है ड्राइव हुआ। एंड मिस्टर धारीवाल जो कैंसर के रिलेटेड जुड़े हैं उन्होंने काफ़ी फंड प्रोवाइड करा। उसके बाद काफ़ी बारी कहा गया कि आप कुछ एरिया जो है आप NGO को नॉमिनेट करें कि उसकी वाटरिंग और प्लांटेशन का काम जो है वो देखें। इतना पैसा लग गया, प्लांट लग गया, कुछ नहीं हुआ, ना तो उनको पानी मिला। फिर बाद में हम सबको बोला गया कि जैसे चंडीगढ़ में बोगनविला लगता है या आप जगराऊँ जाओ वहाँ पे कितना बोगनविला है, लेकिन यहाँ पे वो फलता ही नहीं। क्यों? जानवर चढ़ जाते हैं। हम अगर उसकी साइड्स पे कोई वायरिंग कराते हैं या कुछ कराएं तभी वो चीज़ अच्छी बनेगी। सिर्फ पैसा लगा के प्लांट लगा के उसका कोई फायदा नहीं। मतलब हम कोई भी प्रोजेक्ट करें वी आर प्लानिंग कि एक तो जो है जो नॉन मिल्किंग काउस है, आवारा पशु हैं, उनके लिए ऑलरेडी हो रहा है, वो काफ़ी कम हो गए हैं। लेकिन एक और जो है गौशाला वो बन रही है लोगों ने, उनके साथ कंट्रैक्ट कर लिया है कि जितनी भी हमारे यहाँ पे आवारा पशु है ना तो उनको वहाँ पे गौशाला में छोड़ दिया जाए वहाँ पे। सो वो काफ़ी, अब मैंने देखा था कल परसों भी अराउंड 150 जो है काउस को शिफ्ट किए हैं गौशाला में। सो ये जब जहाँ पे स्पेस खाली हो रही है वहाँ पे भेज रहे हैं। और ये इसीलिए क्योंकि मैं नानकसर गई थी तो वहाँ पे मुझे वो जो बाबा जी हैं नानकसर, उन्होंने बताया कि ये वो खुद जो है वो वहाँ पे पानी दे रहे हैं पौधों को सभी। वो कहते हैं कि मोगा में ये इसीलिए हो गया, मतलब सारे पौधे वो सूख गए क्योंकि वहाँ पे कोई पानी देने वाला है नहीं था वहाँ पे। सो NGOs वगैरह को मिला नहीं, तो इसीलिए वी आर थिंकिंग कि ऐसे कर लिया जाए। उसमें जैसे आपने एक एरिया किसी को डिवाइड करा, हम अगर हाईवे की बात करते हैं, आपने एक दिया, उसके ऊपर हमने एक बोर्ड लगा दिया, दिस पर्टिकुलर एरिया इज मेंटेन्ड बाय सो एंड सो NGO, तो दैट विल बी द ड्यूटी ऑफ दैट पर्टिकुलर NGO टू वाटर द प्लांट्स, टू लुक आफ्टर द प्लांट्स। जी, ये ऑलरेडी लुधियाना में आप जितने पार्क्स है ना वहाँ पे जाओगे तो उन्होंने प्रॉपर ऐसे ही किया हुआ है कि उन्होंने दी हुई है। जैसे कोई फैमिलीज हैं, कोई खुद NGOs चला रहे हैं जो करना चाहते हैं, उनको मेंटेनेंस के लिए वो दी हुई है। वो जस्ट मेंटेन करते हैं, देखते हैं कि वाकई आया सफाई वाला आया, सफाई हो रही है, मतलब टॉयलेट क्लीन है कि नहीं है। तो जस्ट जैसे हम घर पे अपनी जिम्मेवारी से काम करते हैं वैसे ही